ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਪੰਜਾਬ ਚਰਚਾ ਲੈ ਕੇ ਮੈਂ ਹਾਜ਼ਰ ਹਾਂ। ਇੱਕ ਵਾਰ ਫਿਰ ਤੋਂ ਮੇਰੇ ਨਾਲ ਇੱਕ ਹੋਰ ਮਾਣਮੱਤੀ ਸ਼ਖਸੀਅਤ ਨੇ ਸਟੂਡੀਓ ਦੇ ਵਿੱਚ। ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਗੱਲ ਕਰ ਚੁੱਕੇ ਹਾਂ। ਮੈਂ ਗੱਲ ਕਰ ਰਿਹਾ ਕਰਤਾਰ ਸਿੰਘ ਰੈਸਟਰ, ਪਦਮ ਸ਼੍ਰੀ ਔਰ IG ਰਿਟਾਇਰ ਨੇ ਪੰਜਾਬ ਪੁਲਿਸ ਤੋਂ, ਔਰ ਪਹਿਲੇ ਉਹ ਬੰਦੇ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਜੇ ਕਿਸਾਨਾਂ ਦੀ ਕਦਰ ਨਹੀਂ ਤੇ ਸਾਡੇ ਜਿਹੜੇ ਅਵਾਰਡ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ। ਫਿਰ ਕੀ ਵਹੀਰਾ ਕੱਤਿਆ ਗਿਆ ਦਿੱਲੀ ਨੂੰ, ਔਰ 5 ਤਰੀਕ ਨੂੰ ਇਹ ਇੱਥੋਂ ਦਿੱਲੀ ਤੁਰੇ, 5 ਦਸੰਬਰ ਨੂੰ। ਫਿਰ ਟਾਈਮ ਨਾ ਮਿਲਣ ਕਰਕੇ ਇਹ ਉੱਥੇ ਵਾਹਵਾ ਚਿਰ ਬੈਠੇ ਰਹੇ, ਪਰ ਫਿਰ ਕਿਹਾ ਸੀ ਕਿ ਤੁਹਾਨੂੰ ਟਾਈਮ ਮਿਲਿਆ ਜਾਊਗਾ। ਅੱਜ ਸਾਡੇ ਨਾਲ ਜਾਣਦੇ ਹਾਂ ਕਿ ਅੱਗੋਂ ਜਿਹੜਾ ਹੈ ਇਹ ਪ੍ਰੋਸੈਸ ਜਿਹੜਾ ਹੈ, ਅੱਗੋਂ ਜਿਹੜੀ ਇਹਨਾਂ ਦੀ ਜਿਹੜੀ ਮੁਹਿੰਮ ਹੈ ਉਹ ਕਿੱਥੇ ਤੱਕ ਪਹੁੰਚੀ ਹੈ। ਪਹਿਲਾਂ ਤਾਂ ਕਰਤਾਰ ਸਿੰਘ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਅੰਦਰ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਮੇਰੇ ਵੱਲੋਂ ਸਾਰੇ ਨਿਊਜ਼ ਟੀਵੀ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਕਰਤਾਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਿਸਾਨੀ ਅੰਦੋਲਨ ਜਿਹੜਾ ਹੈ ਹੁਣ ਉਹਨੂੰ ਬਹੁਤ ਦਿਨ ਹੋ ਗਏ ਨੇ, ਜਿਹੜੀ ਆਪਾਂ ਕਹਿ ਲਈਏ ਕਿ ਇੱਕ ਜੋਸ਼ ਜਿਹੜਾ ਹੈ ਉਹ ਅਜੇ ਵੀ ਬਹੁਤ ਭਖਿਆ ਹੋਇਆ ਹੈ, ਪਰ ਜਦੋਂ ਤੁਹਾਡੇ ਅਵਾਰਡਸ ਦੀ ਗੱਲ ਆਉਂਦੀ ਹੈ ਅਜੇ ਤੱਕ ਜਿਹੜਾ ਹੈ ਰਾਸ਼ਟਰਪਤੀ ਭਵਨ ਤੋਂ ਤੁਹਾਨੂੰ ਦੁਬਾਰਾ ਚਿੱਠੀ ਨਹੀਂ ਆਈ। ਇਹਦੇ ਉੱਤੇ ਕਿਵੇਂ ਦੇਖਦੇ ਹੋ, ਤੇ ਜਾਂ ਫਿਰ ਇਹ ਕੀ ਮੁਹਿੰਮ ਹੈ ਤੁਹਾਡਾ, ਕਿੱਥੋਂ ਤੱਕ ਪਹੁੰਚਿਆ ਕੰਮ? ਬਿਲਕੁਲ ਜੀ, 7 ਤਰੀਕ ਨੂੰ ਜਦੋਂ ਅਸੀਂ ਰਾਸ਼ਟਰਪਤੀ ਭਵਨ ਨੂੰ ਪ੍ਰੈਸ ਕਲੱਬ ਤੋਂ ਚੱਲੇ ਸੀ, ਉਦੋਂ ਕਾਫੀ ਉਹਨਾਂ ਨੇ ਰੋਕਾਂ ਲਾਤੀਆਂ, ਕਾਫੀ ਫੋਰਸ ਮੰਗਾਈ ਸੀ, ਔਰ ਜਿੱਕੂ ਅਸੀਂ ਬਹੁਤ ਕੁਝ ਅਸੀਂ ਜ਼ਬਰਦਸਤੀ ਕਰਨ ਲੱਗ ਚੱਲੇ ਹਾਂ। ਇੱਦਾਂ ਦੀ ਕੋਈ ਗੱਲ ਨਹੀਂ ਸੀ। ਅਸੀਂ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਅਸੀਂ ਰਾਸ਼ਟਰਪਤੀ ਸਾਹਿਬ ਤੋਂ ਟਾਈਮ ਦਿਵਾਉਣੇ। ਅਸੀਂ ਉਹਨਾਂ ਨੂੰ ਕਿਹਾ ਚਲੋ ਚੰਗੀ ਗੱਲ ਆ, ਅਤੇ ਅਜੇ ਤੱਕ ਉਹਨਾਂ ਨੇ ਸਾਨੂੰ ਕੋਈ ਟਾਈਮ ਨਹੀਂ ਦਿੱਤਾ। ਉਹਦੇ ਤੋਂ ਬਾਅਦ ਮਹਾਰਾਸ਼ਟਰ ਤੋਂ, ਹਰਿਆਣੇ ਤੋਂ, ਰਾਜਸਥਾਨ ਤੋਂ, ਕਰਨਾਟਕਾ ਤੋਂ ਬਹੁਤ ਸਾਰੇ ਪਲੇਅਰ ਜਿਹੜੇ ਅਵਾਰਡ ਵਾਪਸ ਕਰਨ ਲਈ ਉਹ ਤਤਪਰ ਨੇ। ਅੱਛਾ, ਇਹ ਤੁਹਾਡੇ ਨਾਲ ਮਿਲ ਲਿਆ, ਤੁਹਾਡੇ ਨਾਲ ਟਾਈ ਹੋ ਗਿਆ? ਬਿਲਕੁਲ ਟਾਈ ਹੋ ਗਿਆ ਸਾਰਿਆਂ ਨਾਲ। ਉਹਨਾਂ ਨੇ ਆਪੋ ਆਪਣੀਆਂ ਸਟੇਟਾਂ 'ਚ ਕਾਨਫਰੰਸਾਂ ਵੀ ਕਰ ਲਈਆਂ, ਪ੍ਰੈਸ ਕਾਨਫਰੰਸਾਂ ਵੀ ਕਰ ਲਈਆਂ, ਔਰ ਹਰਿਆਣੇ ਵਾਲੇ ਕਬੱਡੀ ਦੇ ਦਰੋਨਾਚਾਰੀਆ, ਅਰਜਨਾ ਵਾਡੀ, ਭੀਮ ਵਾਡੀ, ਉਹਨਾਂ ਨੇ ਤਾਂ TV 'ਤੇ ਵੀ ਸਾਰਾ ਕੁਝ ਕਹਿ ਦਿੱਤਾ। ਔਰ ਅਸੀਂ ਸੋਚ ਰਹੇ ਹਾਂ ਹੁਣ ਕਿ ਅਸੀਂ ਫਿਰ ਰਿਕੁਐਸਟ ਕਰੀਏ ਪ੍ਰੈਜ਼ੀਡੈਂਟ ਸਾਹਿਬ ਨੂੰ, ਅਤੇ ਹੁਣ ਥੋੜ੍ਹੇ ਦਿਨ ਤੱਕ ਅਸੀਂ ਉਹਨਾਂ ਨੂੰ ਰਿਕੁਐਸਟ ਕਰਨੀ ਆ ਕਿ ਅਸੀਂ ਵੀ ਅਸੀਂ ਸਾਰੇ ਹਿੰਦੁਸਤਾਨ ਦੇ ਪਲੇਅਰ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਵਾਪਸ ਕਰਾਂਗੇ। ਔਰ ਨਹੀਂ ਟਾਈਮ ਦਿੰਦੇ ਤਾਂ ਫਿਰ ਅਸੀਂ ਥੋੜ੍ਹੇ ਦਿਨਾਂ ਵਿੱਚ ਸਾਨੂੰ ਕੁਛ ਸੋਚਣਾ ਪਊਗਾ। ਕੁਛ ਅਸੀਂ ਜਾਂ ਕਿਸਾਨਾਂ ਨਾਲ ਬੈਠੀਏ ਜਾਂ ਹੋਰ ਕਿਤੇ ਬੈਠੀਏ, ਜਾ ਕੇ ਦਿੱਲੀ ਦੇ ਵਿੱਚ ਅਸੀਂ ਬਹਿ ਜਾਣਾ। ਅੱਛਾ, ਜਦੋਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਟਾਈਮ ਨਹੀਂ ਦਿੱਤਾ, ਕਿਉਂਕਿ ਤੁਸੀਂ 5 ਨੂੰ ਗਏ ਆ, ਤੁਹਾਨੂੰ ਕਿਹਾ ਸੀ 7 ਨੂੰ ਆ ਕੇ ਮਿਲੋਗੇ, ਫਿਰ 7 ਨੂੰ ਤੁਹਾਨੂੰ ਜਿਹੜਾ ਹੈ ਉੱਥੇ ਟਾਈਮ ਨਹੀਂ ਮਿਲਿਆ। ਲਗਾਤਾਰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਟਾਈਮ ਲੈ ਕੇ ਦੇਖਾਂਗੇ। ਸੁਣਨ ਨੂੰ ਆਇਆ ਸੀ ਕਿ ਤੁਸੀਂ ਉੱਥੇ ਧਰਨੇ ਲਾ ਕੇ ਬੈਠ ਵੀ ਗਏ ਸੀ 5-10 ਮਿੰਟ, ਫਿਰ ਤੁਹਾਨੂੰ ਆਸ਼ਵਾਸਨ ਦਿੱਤਾ ਕਿ ਜਿਹੜਾ ਟਾਈਮ ਤੁਹਾਨੂੰ ਮਿਲੂਗਾ, ਪਰ ਟਾਈਮ ਅਜੇ ਤੱਕ ਨਹੀਂ ਮਿਲਿਆ। ਪਰ ਅੱਗੇ ਜਿਹੜਾ ਹੈ ਜੇ ਤੁਹਾਨੂੰ ਟਾਈਮ ਨਾ ਮਿਲਿਆ ਤਾਂ ਫਿਰ ਤੁਸੀਂ ਦਿੱਲੀ ਬੈਠੋਗੇ ਜਾਂ ਫਿਰ ਇਹ ਕਿਸਾਨਾਂ ਦੇ ਨਾਲ ਬੈਠੋਗੇ? ਅਸੀਂ ਕਿਸਾਨਾਂ ਨੂੰ ਪੁੱਛਾਂਗੇ ਕਿੱਥੇ ਬੈਠਣਾ ਚਾਹੀਦਾ ਆ। ਜਿੱਥੇ ਉਹ ਸਾਨੂੰ ਕਹਿਣਗੇ ਨਾਲ ਆ ਜਾਓ, ਤੇ ਨਾਲ ਬੈਠਾਂਗੇ, ਨਹੀਂ ਤਾਂ ਦਿੱਲੀ 'ਚ ਬੈਠਾਂਗੇ। ਜਾ ਕੇ ਅਸੀਂ ਰਾਸ਼ਟਰਪਤੀ ਭਵਨ ਦੇ ਸਾਹਮਣੇ ਬੈਠ ਜਾਵਾਂਗੇ ਜਾ ਕੇ ਜੀ। ਸਾਨੂੰ ਕਿਉਂਕਿ ਅਸੀਂ ਹੁਣ ਸਾਰੇ ਹਿੰਦੁਸਤਾਨ ਦੇ ਪਲੇਅਰ ਆ ਗਏ ਆ ਜੀ, ਅਤੇ ਸਾਨੂੰ ਅਸੀਂ ਬੇਨਤੀ ਕਰ ਰਹੇ ਹਾਂ, ਅਤੇ ਵੀ ਮੀਡੀਆ ਦੇ ਥਰੂ ਵੀ ਅਸੀਂ ਬੇਨਤੀ ਕੀਤੀ ਆ, ਤੁਹਾਡੇ ਥਰੂ ਵੀ ਅਸੀਂ ਕਰਦੇ ਹਾਂ, ਔਰ ਸਾਨੂੰ ਟਾਈਮ ਦਿੱਤਾ ਜਾਵੇ। ਕਿਉਂਕਿ ਅਸੀਂ ਜਿਹੜੇ ਆਪਣੇ ਅਵਾਰਡ ਆ, ਸਾਡੇ ਵੱਡੇ ਵਡੇਰੇ ਜਿਹੜੇ ਆ, ਜਿਨ੍ਹਾਂ ਨੇ ਸਾਨੂੰ ਪਾਲਿਆ, ਜਿਨ੍ਹਾਂ ਨੇ ਸਾਨੂੰ ਇਹੋ ਜਿਹੇ ਦਰੋਨਾਚਾਰੀਆ ਜਾਂ ਪਦਮ ਸ਼੍ਰੀ, ਅਰਜਨਾ ਅਵਾਰਡ ਦਿਵਾਏ ਆ, ਅਤੇ ਉਹਨਾਂ ਦਾ ਇਨਸਾਫ ਨਹੀਂ ਹੋ ਰਿਹਾ, ਅਤੇ ਇਸ ਨੂੰ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਸਾਰੇ ਅਵਾਰਡ ਵਾਪਸ ਕਰ ਰਹੇ ਹਾਂ। ਕਰਤਾਰ ਜੀ, ਜਦੋਂ ਗੱਲ ਐਤਵਾਰ ਨੂੰ ਸ਼ਾਮ ਨੂੰ ਚਿੱਠੀ ਹੁੰਦੀ ਹੈ ਸਾਡੇ ਫਿਰ ਮੰਤਰੀ ਮੰਡਲ ਵੱਲੋਂ, ਕੇਂਦਰ ਸਰਕਾਰ ਵੱਲੋਂ, ਕਿ ਤੁਸੀਂ ਗੱਲਬਾਤ ਕਦੋਂ ਕਰਨੀ ਹੈ, ਪਹਿਲਾਂ ਤਾਂ ਤੁਸੀਂ ਉਹ ਚਿੱਠੀ ਦੀ ਟੋਨ ਦੇਖੋ ਕਿ ਉਹ ਪੁੱਛਦੇ ਨੇ ਕਿ ਕਦੋਂ ਕਰਨੀ ਹੈ। ਜਿਵੇਂ ਇੰਦਾ ਲੱਗ ਰਿਹਾ ਕਿ ਸਿਰਫ ਕਿਸਾਨਾਂ ਨੂੰ ਇਸ ਗੱਲਬਾਤ ਦੀ ਲੋੜ ਹੈ, ਕੇਂਦਰ ਸਰਕਾਰ ਨੂੰ ਕੋਈ ਲੋੜ ਨਹੀਂ। ਅੱਜ ਉਹਦੇ ਉੱਤੇ ਮੀਟਿੰਗ ਵੀ ਹੋਣੀ ਹੈ, ਔਰ ਉਸ ਤੋਂ ਬਾਅਦ ਫੈਸਲਾ ਵੀ ਲਿਆ ਜਾਊਗਾ। ਜਿਹੜਾ ਸੰਯੁਕਤ ਜਥੇਬੰਦੀਆਂ ਨੇ ਉਹਨਾਂ ਦੇ ਸੰਯੁਕਤ ਇੱਕ ਜਿਹੜਾ ਜੁਆਇੰਟ ਫੈਸਲਾ ਵੀ ਲਿਆ ਜਾਊਗਾ ਕਿ ਅੱਗੋਂ ਕੀ ਕਰਨਾ ਹੈ। ਪਹਿਲਾਂ ਤਾਂ ਇਹ ਦੱਸੋ ਕਿ ਬਿਲਕੁਲ ਜੀ, ਇਹ ਜਿਹੜੀਆਂ ਨਾਲ ਚਿੱਠੀ ਪਾਈ ਆ, ਪਹਿਲਾਂ ਚਿੱਠੀਆਂ ਆਉਂਦੀਆਂ ਰਹੀਆਂ ਇੰਨੇ ਵਜੇ ਇਸ ਜਗ੍ਹਾ 'ਤੇ ਮੀਟਿੰਗ ਹੋਣੀ ਆ, ਅਤੇ ਇਹਨਾਂ ਨੇ ਇਹਦੇ 'ਤੇ ਕੋਈ ਜ਼ਿਕਰ ਨਹੀਂ ਕੀਤਾ, ਜਗ੍ਹਾ ਦਾ ਜ਼ਿਕਰ ਨਹੀਂ ਕੀਤਾ, ਡੇਟ ਦਾ ਜ਼ਿਕਰ ਨਹੀਂ ਕੀਤਾ, ਅਤੇ ਇਹਨਾਂ 'ਚ ਇਹ ਗੱਲ ਨਾਲ ਸਾਰੇ ਰੰਜਿਸ਼ ਵਧੀ ਆ ਜੀ। ਕਿਸਾਨਾਂ ਨੂੰ ਤਾਂ ਵਧੀਆ, ਹੋਰ ਵੀ ਜਿਹੜੇ ਬੁੱਧੀਜੀਵੀ ਆ, ਹੁਣ ਆਪਣੇ IAS ਅਫਸਰ ਜਿਹੜੇ ਚੀਫ ਸੈਕਟਰੀ ਲੈਵਲ ਦੇ ਰਹੇ, ਜਿਹੜੇ ਜਿਨ੍ਹਾਂ ਨੇ ਕਾਨੂੰਨ ਬਣਾਉਂਦੇ ਆ ਜੀ, ਉਹ ਵੀ ਆ ਗਏ ਆ ਵਿੱਚ ਵੀ ਇਹ ਗਲਤ ਕਰ ਰਹੇ ਆ। ਹੋਰ ਜਿਹੜੇ ਸਾਡੇ IPS DG ਲੈਵਲ ਦੇ ਬੰਦੇ ਆ, ਉਹ ਵੀ ਸਰਦਾਰ ਮਹਿਲ ਸਿੰਘ ਭੁੱਲਰ ਉੱਥੇ ਜਾ ਕੇ ਆਏ ਆ,
ਤੇ ਹੋਰ ਵੀ ਕਈ ਜਿਹੜੇ ਰਾਜਦੀਪ ਸਿੰਘ ਗਿੱਲ ਨੇ, ਹੋਰ ਸਾਡੇ IPS ਅਫਸਰ DIG IG ਲੈਵਲ ਦੇ, ਉਹਨਾਂ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਕਿ ਇਹ ਨਜਾਇਜ਼ ਕਰ ਰਹੇ ਆ, ਗੌਰਮੈਂਟ ਨਜਾਇਜ਼ ਕਰ ਰਹੀ ਆ। ਉਸ ਤੋਂ ਇਲਾਵਾ ਹੋਰ ਸਾਡੇ ਜਿਹੜੇ ਟੀਚਰ ਯੂਨੀਅਨਾਂ, ਕਈ ਯੂਨੀਅਨਾਂ ਆ ਗਈਆਂ, ਤੇ ਸਾਰੇ ਹਿੰਦੁਸਤਾਨ ਦਾ ਕਿਸਾਨ, ਸਾਰੇ ਹਿੰਦੁਸਤਾਨ ਦਾ ਮਜ਼ਦੂਰ, ਸਾਰੇ ਹਿੰਦੁਸਤਾਨ ਦੇ ਬੁੱਧੀਜੀਵੀ ਆ ਗਏ ਆ। ਤੇ ਮੈਂ ਸਮਝਦਾ ਕਿ ਇਹ ਇੱਦਾਂ ਦਾ ਮਜ਼ਾਕ ਸਮਝ ਲਓ, ਮਜ਼ਾਕ ਹੀ ਹੈ। ਬਿਲਕੁਲ ਲਗਾਤਾਰ ਕਿਉਂਕਿ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਹੜੀ ਆਹ ਚਿੱਠੀ ਆਉਂਦੀ ਹੈ ਤੇ ਵਾਕਈ ਲੱਗਦਾ ਹੈ ਕਿ ਮਜ਼ਾਕ ਹੈ ਜਾਂ ਫਿਰ ਇਹਦੇ ਵਿੱਚ ਕੁਝ ਡਿਸਕਸ਼ਨ ਕਰਨ ਦੇ ਲਈ ਹੈ ਨਹੀਂ। ਅੱਛਾ, ਕਿਸਾਨ ਇਹ ਕਹਿ ਰਹੇ ਨੇ ਕਿ ਇਸ ਵਾਰ ਅਸੀਂ ਚਾਹੁੰਦੇ ਹਾਂ ਕਿ ਅਮਿਤ ਸ਼ਾਹ ਹੁਣੀ ਸਾਡੀ ਜਗ੍ਹਾ 'ਤੇ ਆਉਣ, ਕਿਉਂਕਿ ਇਹ 5 ਮੀਟਿੰਗਾਂ ਜਿਹੜੀਆਂ ਨੇ ਇਹ ਲਗਾਤਾਰ ਕੈਬਨਿਟ ਦੇ ਨਾਲ ਹੋਈਆਂ। ਜੇ ਪਹਿਲੀ ਮੀਟਿੰਗ ਦੀ ਗੱਲ ਕਰੀਏ ਉਹ ਤਾਂ ਉਹਨਾਂ ਦੇ ਜਨਰਲ ਸੈਕਟਰੀ ਨੇ ਗੱਲ ਕੀਤੀ ਸੀਗੀ। ਜੇ ਪੂਰੀਆਂ ਮੀਟਿੰਗ ਦੀ ਗੱਲ ਕੀਤੇ 6 ਮੀਟਿੰਗ ਟੋਟਲ ਹੋ ਗਈਆਂ ਹੁਣ ਤੱਕ। ਹੁਣ ਉਹ ਕਹਿੰਦੇ ਨੇ ਕਿ ਉਹ ਸਾਡੇ ਧਰਨੇ 'ਤੇ ਆਉਣ, ਕਿਉਂਕਿ ਸਾਨੂੰ ਬਹੁਤ ਦਿਨ ਹੋ ਗਏ ਨੇ ਇੱਥੇ ਦਿੱਲੀ ਵਿੱਚ ਬੈਠਿਆਂ ਨੂੰ, ਤਕਰੀਬਨ 26 ਤਰੀਕ ਨੂੰ ਮਹੀਨਾ ਹੋ ਜਾਣਾ ਹੈ ਨਾ। ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਕਿਸਾਨਾਂ ਨੇ ਜਿਹੜਾ ਇਹ ਜਿਹੜੀ ਜਥੇਬੰਦੀਆਂ ਫੈਸਲਾ ਲੈਣਗੀਆਂ, ਜੇ ਉਹ ਸੱਦਣਗੀਆਂ ਅਮਿਤ ਸ਼ਾਹ ਹੋਣਾ ਨੂੰ, ਤੇ ਅਮਿਤ ਸ਼ਾਹ ਹੋਣੀ ਆਉਣਗੇ ਜਾਂ ਫਿਰ ਕੰਨੀ ਕਤਰਾ ਦੇਣਗੇ ਇੱਕ ਵਾਰ? ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਇਸ ਚਿੱਠੀ ਦੇ ਨਾਲ ਰੰਜਿਸ਼ ਹੋਈ ਆ, ਕਿਉਂਕਿ ਪਿਆਰ ਟੇਬਲ 'ਤੇ ਆਣ ਕੇ ਬੈਠ ਕੇ ਕੋਈ ਮਸਲਾ ਹੱਲ ਹੁੰਦਾ ਆ, ਉਹਦੇ ਬਗੈਰ ਨਹੀਂ ਮਸਲਾ ਹੱਲ ਹੁੰਦਾ। ਕਿਸਾਨ ਤਿਆਰ ਨੇ, ਇਹ ਇੱਦਾਂ ਦੀਆਂ ਚਿੱਠੀਆਂ ਲਿਖਣਗੇ ਤੇ ਫਿਰ ਹੋਰ ਰੋਸ ਵੱਧਦਾ ਆ ਜੀ। ਤੇ ਇਹ ਟਾਈਮ ਦੇਣ, ਮੇਰਾ ਖਿਆਲ ਆ ਕਿਸਾਨ ਫਿਰ ਸੋਚਣਗੇ, ਉਹ ਟਾਈਮ ਦੇਣ, ਗੱਲਬਾਤ ਕਰਨ। ਜੇ ਚੰਗੀ ਗੱਲ ਆ, ਇਹ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵਿੱਚ ਬੁਲਾ ਲੈਣਾ, ਉੱਥੇ ਆਪਣੇ ਜਿੱਥੇ ਵੀ ਬੁਲਾਉਣਾ ਚਾਹੁੰਦੇ ਆ ਉੱਥੇ ਮਸਲਾ ਹੱਲ ਕਰਨਾ, ਤੇ ਕੋਈ ਐਡੀ ਗੱਲ ਨਹੀਂ ਗੀ ਜੀ। ਤੇ ਇਹ ਹੁਣ ਪਤਾ ਨਹੀਂ ਇਹ ਹੁਣ ਕੀ ਗੱਲ ਆ, ਕੀ ਕਾਰਨ ਆ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਗੌਰਮੈਂਟ ਦੀ ਅਜੇ ਤੱਕ ਇਹਨਾਂ ਦੇ ਸਮਝ ਨਹੀਂ ਆਈ। ਕਈ ਕਹਿ ਦਿੰਦੇ ਆ ਇਹ ਕਿਸਾਨਾਂ ਨੂੰ ਪਤਾ ਨਹੀਂ ਲੱਗਾ। ਕਿਸਾਨ ਤੇ ਸਾਡੇ ਪੜ੍ਹੇ ਲਿਖੇ ਆ, ਸਾਰੇ ਇੰਨਾ ਤਜਰਬੇਕਾਰ ਆ। ਇੱਦਾਂ ਦਾ ਦੇਖ ਲਓ ਕਿੱਦਾਂ ਦਾ ਇਹਨਾਂ ਨੇ ਜਿਹੜਾ ਸੰਘਰਸ਼ ਚਲਾਇਆ ਆ, ਕਿੱਡਾ ਸ਼ਾਂਤਮਈ, ਕਿੱਡੇ ਵਧੀਆ ਢੰਗ ਨਾਲ ਆਪਣੀਆਂ ਇਹਨਾਂ ਨੇ ਕਮੇਟੀਆਂ ਬਣਾਈਆਂ, ਕੰਟਰੋਲਰ ਕਮੇਟੀ, ਦੂਜੀ ਕਮੇਟੀ, ਸਾਰਾ ਆਪੇ ਕਰ ਰਿਹਾ। ਕੋਈ ਗਲਤ ਬੰਦੇ ਨੂੰ ਵੇਂਦੇ ਆ, ਤੁਹਾਨੂੰ ਹੱਥ ਜੋੜਦੇ ਆ ਵੀ ਨਹੀਂ ਤੁਸੀਂ ਨਹੀਂ ਕੁਝ ਕਰਨਾ। ਕੋਈ ਇੱਦਾਂ ਦੀ ਕੋਈ ਸ਼ਰਾਰਤ ਵਿੱਚ ਕਰਾਉਣ ਵਾਲੇ ਵੀ ਹੈਗੇ ਆ, ਜਾਂ ਕਰਨ ਵਾਲਾ ਵੀ ਕੋਈ ਬੰਦਾ ਆ ਜਾਂਦਾ ਇੱਦਾਂ ਦਾ, ਉਹਨੂੰ ਪਿਆਰ ਨਾਲ ਸਮਝਾਉਂਦੇ ਆ ਵੀ ਤੁਸੀਂ ਇੱਦਾਂ ਨਹੀਂ ਕਰਨਾ, ਸਾਡੇ ਵਿੱਚ ਖੱਲਰ ਨਹੀਂ ਪਾਉਣਾ। ਤੇ ਇਹੋ ਜਿਹੇ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਚੱਲਣ ਡਿਆ। ਤੇ ਅੱਜ ਵੀ ਕਹੀ ਜਾਂਦੇ ਵੀ ਇਹ ਜਿਹੜਾ ਮੁੱਦਾ ਆ, ਜਿਹੜਾ ਕਾਲੇ ਕਾਨੂੰਨ ਕਹਿੰਦੇ ਆ, ਉਹਨਾਂ ਨੂੰ ਵਾਪਸ ਕੀਤੇ ਹੀ ਗੁਜ਼ਾਰਾ, ਕਿਉਂਕਿ ਕਿਸਾਨ ਹੋਰ ਕੁਝ ਤਾਂ ਮੰਗ ਨਹੀਂ ਰਹੇ, ਨਵੀਂ ਚੀਜ਼ ਤਾਂ ਮੰਗ ਨਹੀਂ ਰਹੇ। ਜੋ ਦਿੰਦੇ ਆ ਉਹ ਵੀ ਇਹ ਤਾਂ ਆ ਉਹ ਮੰਗਦੇ ਹੋਣ, ਤੇ ਉਹ ਕਹਿੰਦੇ ਆਪਣੇ ਕਾਨੂੰਨ ਵਾਪਸ ਰੱਖੋ, ਬਸ ਮੰਗਦੇ ਕੁਝ ਨਹੀਂ ਜੀ। ਤੇ ਜਿਹੜੇ ਇਹਨਾਂ ਨੇ ਕਾਨੂੰਨ ਬਣਾਏ ਆ, ਇਹਨਾਂ ਦੇ ਵਿੱਚ ਬਹੁਤ ਕਿਸਾਨ ਮਾਰੂ ਸਾਰਾ ਕੁਛ ਆ, ਸਾਰਾ ਸਿਸਟਮ ਇੱਦਾਂ ਦਾ ਬਣਾਇਆ ਇਹਨਾਂ ਨੇ ਜੀ। ਇਹਨਾਂ ਨੇ ਵੱਡੇ ਵੱਡੇ ਘਰਾਣਿਆਂ ਨੂੰ, ਜਾਂ ਤੇ ਇਹ BJP ਸਰਕਾਰ ਨੇ ਅਡਾਨੀਆਂ ਬਾਨੀਆਂ ਤੋਂ ਬਹੁਤ ਕੁਛ ਖਾਧਾ ਆ, ਇਲੈਕਸ਼ਨਾਂ ਜਿੱਤੀਆਂ ਆ, ਉਹਨਾਂ ਦੇ ਪੈਸੇ ਖਰਚਾਏ ਆ, ਉਹਨਾਂ ਦੇ ਵੱਡੇ ਵੱਡੇ ਵੇਅਰ ਹਾਊਸ ਬਣਵਾਉਣ ਆ। ਇਹ ਕਰਕੇ ਪਤਾ ਨਹੀਂ ਹੁਣ ਉਹਨਾਂ ਤੋਂ ਡਰਦੇ ਆ, ਉਹਨਾਂ ਦੇ ਕੰਟਰੋਲ 'ਚ ਆ ਸਾਡੀ ਗੌਰਮੈਂਟ। ਲੱਗਦਾ ਵੱਡਿਆਂ ਘਰਾਣਿਆਂ ਦੇ ਕੰਟਰੋਲ 'ਚ ਆ ਗੌਰਮੈਂਟ, ਜਿਹੜੀ ਇਹ ਫੈਸਲਾ ਨਹੀਂ ਕਰਦੀ। ਨਹੀਂ ਤੇ ਅਦਰਵਾਈਜ਼ ਇਹ ਤੇ ਹੁਣ 90% ਲੋਕ ਇਹ ਚਾਹੁੰਦੇ ਆ ਕਿ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਆ। ਕਰਤਾਰ ਜੀ, ਤੁਹਾਨੂੰ ਲੱਗਦਾ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਇਕੱਲਾ ਫੇਸ ਹੈ, ਪਿੱਛੇ ਡਰਾਈਵਿੰਗ ਫੋਰਸ ਜਿਹੜੀ ਉਹਨਾਂ ਨੂੰ ਚਲਾਉਂਦੀ ਆ ਉਹ ਕੋਈ ਵੱਖਰੀ ਹੈ? ਬਿਲਕੁਲ, ਹੁਣ ਤੇ ਦਿਸਣ ਲੱਗ ਗਿਆ ਆ ਵੀ ਇਹਨਾਂ ਮੋਦੀ ਸਾਹਿਬ ਇੱਦਾਂ ਨਹੀਂ ਕਰ ਸਕਦੇ। ਜੇ ਇਹਨਾਂ ਦੇ ਵੱਸ ਦੀ ਗੱਲ ਹੁੰਦੀ, ਬੇਵੱਸ ਹੋਏ ਲੱਗਦੇ ਆ, ਸਾਰੀ ਸਰਕਾਰ ਬੇਵੱਸ ਹੋਈ ਲੱਗਦੀ ਆ ਕਿ ਇਹ ਉਹਨਾਂ ਦੇ ਦਾਨੀਆਂ ਬਾਨੀਆਂ ਵੱਡਿਆਂ ਘਰਾਣੇ ਦੇ ਅੱਗੇ ਬੋਲ ਨਹੀਂ ਸਕਦੇ, ਕਿਉਂਕਿ ਕਾਣੇ ਆ ਜੀ। ਇਹਨਾਂ ਨੇ ਉਹਨਾਂ ਤੋਂ ਸਾਰਾ ਕੁਛ ਲਿਆ ਆ, ਔਰ ਗੌਰਮੈਂਟ ਪਾਵਰ 'ਚ ਆਏ ਆ। ਉਹ ਕਈ ਹੁਣ ਸਾਹਮਣੇ ਆਉਂਦੀਆਂ ਗੱਲਾਂ। ਅੱਛਾ, ਚਲੋ ਮੈਂ ਇਹ ਗੱਲ ਉਹ ਨਹੀਂ ਕਰਦਾ, ਕਿਉਂਕਿ ਉਹ ਸਭ ਨੂੰ ਪਤਾ ਲੱਗ ਗਿਆ ਕਿ ਸੈਂਟਰ ਸਰਕਾਰ ਜਿਹੜੀ ਉਹ ਕੀ ਕਰ ਰਹੀ ਹੈ। ਪਰ ਇੱਥੇ ਜਿਹੜੀ ਪੰਜਾਬ ਸਰਕਾਰ ਹੈ, ਉਹਦਾ ਵੀ ਕੋਈ ਖਾਸਾ ਰੋਲ ਨਹੀਂ ਦਿਖ ਰਿਹਾ। ਇਹਨਾਂ ਦੇ MP ਉੱਥੇ ਬੈਠਦੇ ਨੇ, ਕੱਲ੍ਹ ਜਸਬੀਰ ਡਿੰਪਾ ਜਿਹੜੇ ਨੇ, ਉਹ ਬੜਾ ਉਹਨਾਂ ਨੇ ਜਿਹੜਾ ਇੱਕ ਰਿਪੋਰਟਰ ਦੇ ਨਾਲ ਬੜੀ ਬਦਤਮੀਜ਼ੀ ਦੇ ਨਾਲ ਉਹ ਪੇਸ਼ ਆਏ ਨੇ। ਤੁਹਾਨੂੰ ਲੱਗਦਾ ਕਿ ਇਹਨਾਂ ਦਾ ਕੀ ਰੋਲ ਹੈ, ਪੰਜਾਬ ਸਰਕਾਰ ਦਾ ਕੀ ਰੋਲ ਹੈ? ਨਾ, ਇਹ ਤੇ ਜਿਹੜਾ ਡਿੰਪਾ ਸਾਹਿਬ ਨੇ ਕੀਤਾ ਇਹ ਚੰਗੀ ਗੱਲ ਨਹੀਂ ਗੀ, ਇਹ ਤੇ ਨਿੰਦਣਯੋਗ ਗੱਲ ਆ। ਔਰ ਜਿਹੜੀ ਗੌਰਮੈਂਟਾਂ, ਸਟੇਟ ਗੌਰਮੈਂਟਾਂ ਦੇ ਮੇਰਾ ਖਿਆਲ ਹੈ ਉਹਨਾਂ ਨੇ ਪਹਿਲਾਂ ਹੱਥ ਵਢਾ ਚੁੱਕੇ ਆ ਜੀ। ਪਹਿਲਾਂ 3-4 ਸਾਲ ਮੀਟਿੰਗਾਂ ਹੋ ਚੁੱਕੀਆਂ ਜਿਹੜੀਆਂ, ਉਹਨਾਂ ਦੇ ਵਿੱਚ ਹੋ ਸਕਦਾ ਇਹਨਾਂ ਨੂੰ ਕੁਝ ਇਹਨਾਂ ਨੇ ਦਬਾਅ ਪਾ ਕੇ ਉਦੋਂ ਸਾਰਾ ਕੁਝ ਕਰਵਾਇਆ ਆ। ਉਸੇ ਕੰਮ ਕਰਕੇ ਨਹੀਂ ਬੋਲਦੇ ਜੀ। ਨਹੀਂ ਤੇ ਜਿੱਦਾਂ
ਇਹਨਾਂ ਨੂੰ ਬੋਲਣਾ ਚਾਹੀਦਾ, ਗੌਰਮੈਂਟ ਨੂੰ ਬੋਲਣਾ ਚਾਹੀਦਾ, ਜੀ। ਕਿਸਾਨਾਂ ਦੇ ਨਾਲ ਰਲ ਕੇ ਬੋਲਣਾ ਚਾਹੀਦਾ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜੇ ਆਪਾਂ ਕਨਸਟੀਟਿਊਸ਼ਨਲੀ ਚੱਲੀਏ, ਸੰਵਿਧਾਨ ਦੇ ਤੌਰ ਤੇ ਚੱਲੀਏ, ਤਾਂ ਇਹ ਸਬਜੈਕਟ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ ਕਾਨੂੰਨ ਬਣਾਉਣਾ। ਤੁਹਾਡਾ ਕਹਿਣ ਦਾ ਮਤਲਬ ਕਿਆ ਹੈ ਕਿ ਸਟੇਟ ਤੋਂ ਪਹਿਲਾਂ ਉਹਨਾਂ ਨੇ ਲਿਖਵਾ ਲਿਆ ਕਿ ਭਾਈ ਅਸੀਂ ਕਾਨੂੰਨ ਬਣਾ ਲਈਏ ਇਹਦੇ ਤੇ? ਬਿਲਕੁਲ ਜੀ, ਇੱਦਾਂ ਲੱਗਦਾ ਕਿ ਉਹਨਾਂ ਜੋ ਪਹਿਲਾਂ ਮੀਟਿੰਗਾਂ ਕਰ ਚੁੱਕੇ ਆ ਸਟੇਟ ਲੈਵਲ ਤੇ, ਉਹਨਾਂ ਨੇ ਸਾਰਿਆਂ ਸਟੇਟਾਂ ਤੋਂ ਲਿਖਵਾਇਆ ਹੋਊਗਾ ਕਿ ਇਹ ਅਸੀਂ ਪਾਸ ਕਰਨ ਲੱਗੇ ਆ। ਨਹੀਂ ਤੇ ਹੁਣ ਕਰੋਨਾ ਦੀ ਮਹਾਂਮਾਰੀ ਦੇ ਵਿੱਚ ਇਹਨਾਂ ਨੇ 2-3 ਦਿਨਾਂ ਦੇ ਵਿੱਚ ਹੀ ਪਾਰਲੀਮੈਂਟ ਤੋਂ ਕਰਾਤਾ, ਰਾਜ ਸਭਾ ਤੋਂ ਕਰਾਤਾ ਤੇ ਪ੍ਰੈਜ਼ੀਡੈਂਟ ਸਾਹਿਬ ਤੋਂ ਅਪਰੂਵ ਕਰਾਤਾ। ਤੇ ਇੰਨੀ ਪ੍ਰੋਬਲਮ ਕੀ ਸੀ, ਇਹਦਾ ਮੁੱਦਾ ਲਿਆਉਣ ਦੀ ਜ਼ਰੂਰਤ ਕੀ ਸੀ ਜਦੋਂ ਕੋਈ ਮੰਗਦਾ ਹੀ ਨਹੀਂ। ਤੇ ਅਜੇ ਤੱਕ ਫਿਰ ਕਹਿ ਦਿੰਦੇ ਆ ਕਿਸਾਨਾਂ ਨੂੰ ਸਮਝ ਨਹੀਂ ਗਈ, ਕਿਸਾਨ ਸਮਝਦੇ ਨਹੀਂ ਗੇ, ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਸ਼ੈਡਰ ਕਰਦੀਆਂ ਆ। ਮਤਲਬ ਇਹ ਫਿਰ ਹੋਰ ਗੁੱਸਾ ਦਿਵਾਉਂਦੇ ਆ ਸਾਡੇ ਤੇ। ਹੁਣ ਕਿਸਾਨਾਂ ਦੀ ਇੱਕ ਵੀ ਗੱਲ ਦਾ ਨਾ ਜਵਾਬ ਨਹੀਂ ਦਿੱਤੇ। ਜਿਹੜੇ 37 ਤੇ 37 ਪੁਆਇੰਟ ਆ ਉਹ ਡਿਸਕਸ ਕੀਤੀ ਆ, ਉਹਨਾਂ ਦੇ ਨਾ ਉਹਨਾਂ ਨੇ ਕਦੇ ਜਵਾਬ, ਉਹਨਾਂ ਨੂੰ ਤਸੱਲੀ ਕਰਾਉਂਦੇ ਰਿਹਾ ਇਹਦੇ ਸਾਨੂੰ ਆਹ ਨੁਕਸਾਨ ਹੈ, ਇਹਦੇ ਸਾਨੂੰ ਆਹ ਨੁਕਸਾਨ ਹੈ, ਇਹਦੇ ਸਾਨੂੰ ਆਹ ਨੁਕਸਾਨ ਹੈ। ਅੱਛਾ, ਉਹੀ ਗੱਲ ਹੈ, ਕੱਲ੍ਹ ਅਸੀਂ ਵੀ ਉੱਥੇ ਦਿੱਲੀ ਹੋ ਕੇ ਆਏ ਹਾਂ, ਅਸੀਂ ਜਦੋਂ ਗੱਲ ਉੱਥੇ ਕੀਤੀ ਜਥੇਬੰਦੀਆਂ ਦੇ ਨਾਲ, ਤੇ ਉਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਕੱਲਾ ਜਿਹੜਾ ਆ ਇਹ ਦੱਸਿਆ ਕਿ ਭਾਈ ਇਹਦੇ ਨੁਕਸਾਨ ਆ। ਬਿਲਕੁਲ ਤੁਸੀਂ ਇਹ ਦੱਸ ਦਿਓ ਕਿ ਜੇ ਤੁਸੀਂ ਇਹਨੂੰ ਨਾ ਹਟਾਇਆ, ਮਤਲਬ ਜੇ ਤੁਸੀਂ ਇਹਨੂੰ ਹਟਾ ਦਿੱਤਾ ਤਾਂ ਤੁਹਾਡਾ ਕੀ ਨੁਕਸਾਨ ਹੋਣਾ ਹੈ ਸਿਵਾਏ ਕਾਰਪੋਰੇਟ ਤੋਂ? ਕਹਿੰਦੇ ਜੀ ਉਹਨਾਂ ਕੋਲ ਜਵਾਬ ਨਹੀਂ ਕੋਈ ਸੀ। ਨਹੀਂ, ਉਹ ਤੇ ਮੰਨਦੇ ਆ, ਸਾਰਾ ਕੁਝ ਗਲਤੀਆਂ ਮੰਨਦੇ ਆ, ਪਰ ਉਹ ਅੜੀ ਵਾਲੀ ਗੱਲ ਆ ਜੀ। ਅੜੀ ਵਾਲੀ ਗੱਲ ਪੂਰਾ ਕਿਸਾਨ ਵੀਰ ਕਹਿੰਦੇ ਆ ਕਿ ਸਾਰਾ ਇਹ ਮਸਲਾ ਹੱਲ ਮਤਲਬ ਖਤਮ ਕਰਨਾ ਚਾਹੀਦਾ, ਇਹਨੂੰ ਖਤਮ ਕਰ ਦੇਣੇ ਚਾਹੀਦੇ ਜਿਹੜੇ ਕਾਲੇ ਕਾਨੂੰਨ ਆਏ ਆ। ਤੇ ਉਹ ਆਂਦੇ ਨਹੀਂ ਤੁਸੀਂ ਜੋ ਮਰਜ਼ੀ ਲਿਖਾ ਲਓ, ਹੋਰ ਵਧੀਆ ਲਿਖਾ ਲਓ, ਪਰ ਇਹ ਖਤਮ ਨਾ ਕਰਾਓ। ਮੁੱਦਾ ਇਸ ਗੱਲ ਤੇ ਅੜਿਆ ਆ, ਲੇਕਿਨ ਉਹ ਜਦੋਂ ਵੀ ਮਰਜ਼ੀ ਇਹਦੇ ਵਿੱਚ ਅਮੈਂਡਮੈਂਟ ਕਰ ਸਕਦੇ ਆ ਜੀ। ਇਹਨਾਂ ਨੂੰ ਕਿਸਾਨਾਂ ਨੂੰ ਇਹ ਡਰ ਆ ਕਿ ਇਹ ਇੱਦਾਂ ਰਹਿ ਗਏ ਤੇ ਇਹ ਜਦੋਂ ਮਰਜ਼ੀ ਅਮੈਂਡਮੈਂਟ ਕਰ ਸਕਦੇ ਆ, 2 ਸਾਲਾਂ ਨੂੰ ਸਾਲ ਨੂੰ ਕਰ ਸਕਦੇ ਆ। ਤੇ ਇਸ ਕਰਕੇ ਇਸ ਗੱਲ ਤੇ ਇਹ ਜ਼ਰੂਰੀ ਆ ਕਿ ਇਹ ਕਾਲੇ ਕਾਨੂੰਨ ਵਾਪਸ ਹੋਣ। ਅੱਛਾ, ਜਦੋਂ ਆਪਾਂ ਕਾਲੇ ਕਾਨੂੰਨ ਵਾਪਸ ਕਰਨ ਦੀ ਗੱਲ ਕਰਦੇ ਹਾਂ, ਕਿਉਂਕਿ ਲੜਾਈ ਬਹੁਤ ਲੰਬੀ ਚੱਕ ਗਈ ਹੈ, 2 ਮਹੀਨੇ ਉਹ ਇੱਥੇ ਬੈਠੇ ਰਹੇ ਨੇ, ਹੁਣ ਤੋਂ ਮਹੀਨਾ ਹੋ ਰਿਹਾ ਅਸੀਂ ਦਿੱਲੀ ਦੇ ਵਿੱਚ ਹਾਂ। ਹੁਣ ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਕ੍ਰਿਟੀਕਲ ਟਾਈਮ ਹੈ ਸਾਨੂੰ ਆਪਣੇ ਆਪ ਨੂੰ ਜੋੜੀ ਰੱਖਣਾ, ਕਿਉਂਕਿ ਇਹਦੇ 'ਚ ਲੈ ਲਿਆਉਣੀ, ਕਿਉਂਕਿ ਇਹ ਗੱਲ ਜਿਹੜੇ ਸਕਾਲਰ ਹੈ ਇਹ ਮੰਨਦੇ ਨੇ ਕਿ ਇੱਕ ਚੀਜ਼ ਪੀਕ ਤੇ ਜਾ ਕੇ ਉੱਪਰ ਜਾ ਕੇ ਜਿਹੜੀ ਆ ਉਹ ਥੱਲੇ ਡਿੱਗਦੀ ਹੁੰਦੀ ਹੈ। ਇਸ ਕਰਕੇ ਇਹ ਧਿਆਨ ਦੇਣਾ ਆ ਕਿ ਕਿਤੇ ਨਾ ਕਿਤੇ ਜੋਸ਼ ਜਿਹੜਾ ਆ ਉਹ ਸਾਡਾ ਇੱਦਾਂ ਬਣਿਆ ਰਹੇ। ਤੁਹਾਨੂੰ ਲੱਗਦਾ ਕਿ ਮੂਵਮੈਂਟ ਬਹੁਤ ਕ੍ਰਿਟੀਕਲ ਆ ਸਾਡੇ ਲਈ ਹੁਣ? ਨਹੀਂ, ਬਿਲਕੁਲ। ਇੱਕ ਤਾਂ ਠੰਡ ਬੜੀ ਆ, ਸਾਰਾ ਕੁਝ ਸਿਸਟਮ ਆ, ਉਹਦੇ ਬਾਵਜੂਦ ਵੀ ਉਹਨਾਂ 'ਚ ਜੋਸ਼ ਬਹੁਤ ਆ ਜੀ। ਉਹਨਾਂ 'ਚ ਕੋਈ ਇਹੋ ਜਿਹੀ ਗੱਲ ਨਹੀਂ ਗੀ ਵੀ ਅਸੀਂ ਕੋਈ ਪਿੱਛੇ ਹਟਣ ਵਾਲੀ ਗੱਲ ਕੋਈ ਨਹੀਂ ਗੀ, ਕਿਉਂਕਿ ਇਹ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਆ, ਚਿੱਠੀ ਤੇ ਡੇਟ ਨਹੀਂ ਲਿਖਣੀ, ਹੋਰ ਚੀਜ਼ਾਂ ਕਹਿ ਦੇਣੀਆਂ ਕਿ ਉਹਨਾਂ ਦੀ ਛੱਡ ਰਿਹਾ, ਇਹਨਾਂ ਨੂੰ ਦੂਸਰੇ ਦੀ ਮਦਦ ਮਿਲ ਰਹੀ ਆ, ਕਿ ਜੇ ਇਹਦੇ ਵਿੱਚ ਅੱਤਵਾਦ ਆ, ਵੱਖਵਾਦ ਆ, ਇਹਦੇ ਵਿੱਚ ਕਈ ਕੁਛ ਉਹ ਇਹ ਵਿੱਚ ਵਾੜਨ ਦੀ ਗੱਲ ਕਰਦੇ ਆ। ਪਰ ਉਹ ਕਿਸਾਨਾਂ ਨੇ ਤਾਂ ਐ ਸਮੂਥਲੀ ਕੰਟਰੋਲ ਕੀਤਾ ਹੋਇਆ। ਮੈਂ ਕਮਾਲ ਕਰਤੀ ਉਹਨਾਂ ਨੇ ਹਰ ਇੱਕ ਕਮੇਟੀ ਬਣਾਈ ਆ, ਤੂੰ ਆਹ ਕੰਟਰੋਲ ਕਰਨਾ, ਤੁਸੀਂ ਆਹ ਚੀਜ਼ ਕਰਨੀ ਆ, ਤੁਸੀਂ 5 ਬੰਦਿਆਂ ਨੇ ਬੋਲਣਾ ਤੇ ਦੂਜਿਆਂ ਨੇ ਸਾਰਿਆਂ ਨੇ ਬੈਠਣਾ ਆ ਜੀ। ਕੋਈ ਵੀ ਲਫ਼ਜ਼ ਫਾਲਤੂ ਬੋਲ ਨਹੀਂ ਰਿਹਾ ਤੇ ਉਹ ਫਿਰ ਸ਼ਾਂਤਮਈ ਢੰਗ ਨਾਲ ਹੀ ਚੱਲ ਰਿਹਾ। ਹਰ ਵਾਰ ਉਹ ਕਹਿੰਦੇ ਜਿਹੜਾ ਵੀ ਸਟੇਜ ਤੇ ਉੱਥੇ ਜਾਂਦਾ, ਗਰਮ ਨਾ ਬੋਲੋ, ਅਸੀਂ ਗੁਰੂ ਨਾਨਕ ਦੇਵ ਜੀ ਦੇ ਉਹਦੇ ਪੈਟਰਨ ਤੇ ਚੱਲ ਰਹੇ ਆ, ਉਹਨਾਂ ਦੀ ਆਸ਼ੀਰਵਾਦ ਆ ਸਾਨੂੰ, ਅਸੀਂ ਸ਼ਾਂਤਮਈ ਢੰਗ ਨਾਲ ਹੀ ਚੱਲਣਾ ਹੈ ਔਰ ਅਸੀਂ ਜਿੱਤ ਕੇ ਜਾਣਾ ਹੈ, ਚਾਹੇ ਸਾਨੂੰ 6 ਮਹੀਨੇ ਬਿਠਾ ਲੈਣ, ਚਾਹੇ ਸਾਲ ਬਿਠਾ ਲੈਣ। ਮੈਂ ਹੋਰ ਇੱਕ ਗੱਲ ਨਹੀਂ ਕਰਨੀ ਚਾਹੁੰਦਾ ਕਿ ਇੱਕ ਤੇ ਇਹ ਯੂਨਿਟੀ ਇਹਨਾਂ ਦੀ ਬਹੁਤ ਬਣੀ ਆ ਪੰਜਾਬੀਆਂ ਦੀ ਸਾਰੀ। ਕੀ ਹਰਿਆਣਾ ਜਿਹੜਾ ਸਾਡਾ ਬਿਲਕੁਲ ਸਾਡੇ ਨਾਲ ਜੁੜ ਗਿਆ ਆ, ਹੋਰ ਸਟੇਟ ਸਾਡੇ ਨਾਲ ਆ ਗਏ ਆ, ਤੇ ਇੰਨਾ ਪਿਆਰ ਵੱਧ ਗਿਆ ਨਾ ਉਹਨਾਂ ਨੇ ਉੱਥੇ ਆਪਣੇ ਘਰ ਖੋਲ੍ਹਤੇ ਆ, ਇੱਥੇ ਆਓ, ਬਾਥਰੂਮ ਇੱਧਰ ਜਾਓ, ਮਤਲਬ ਉਹਨਾਂ ਨੇ ਹਰ ਚੀਜ਼ ਪ੍ਰੋਵਾਈਡ ਕਰਦੀ ਆ, ਲੱਸੀ, ਦੁੱਧ, ਘਿਓ, ਜੋ ਵੀ ਜਾਂਦਾ ਉੱਥੋਂ ਹਰਿਆਣੇ ਤੋਂ ਜਾ ਰਿਹਾ ਆ, ਹੋਰ ਪਾਸਿਆਂ ਤੋਂ ਆ ਰਿਹਾ ਆ ਜੀ। ਤੇ ਇਹੋ ਜਿਹਾ ਤੇ ਉਹ ਤੇ ਚਲੋ ਤਕਲੀਫ ਤੇ ਹੈ ਆ, ਪਰ ਮੇਲਾ ਲੱਗਾ ਆ ਉੱਥੇ ਜਾ ਕੇ ਤੇ ਜੋਸ਼ ਮਾਹੌਲ ਹੀ ਹੋਰ ਬਣ ਜਾਂਦਾ ਆ। ਅੱਛਾ, ਉਹ ਜਗ੍ਹਾ ਜਿਹੜੀ ਹੈ ਮੁਕੱਦਸ ਜਗ੍ਹਾ ਬਣ ਚੁੱਕੀ ਹੈ ਮੈਨੂੰ ਲੱਗਦਾ, ਤੇ ਹਰ ਪੰਜਾਬੀ ਜਿਹੜਾ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਿਹਾ, ਹਰ ਹਰਿਆਣਵੀ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਕਿ ਭਾਈ ਦਿਖਾਈਏ ਜ਼ਰੂਰ ਔਰ ਅਸੀਂ ਗਵਾਹ ਬਣੀਏ ਇਸ ਇਤਿਹਾਸ ਦੇ ਜਿਹੜਾ ਅਸੀਂ ਸਿਰਜਣ ਜਾ ਰਹੇ ਹਾਂ। ਆਪਾਂ ਹੋਰ ਵੀ ਗੱਲਾਂ ਕਰਾਂਗੇ, ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਦੇਖਦੇ ਰਹੋ ਪੰਜਾਬ ਮੇਲ USA TV। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ?
ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਵਿਦ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਔਰ ਮੈਂ ਗੱਲ ਕਰ ਰਿਹਾ ਸੀ ਕਰਤਾਰ ਸਿੰਘ ਹੁਣਾਂ ਨਾਲ, ਜਿਹੜੇ ਰੈਸਲਰ ਨੇ, ਪਦਮ ਸ਼੍ਰੀ ਨੇ ਔਰ IG ਰਿਟਾਇਰ ਨੇ ਪੰਜਾਬ ਪੁਲਿਸ ਤੋਂ। ਅੱਛਾ, ਤੁਸੀਂ 2 ਵਾਰ ਉੱਥੋਂ ਹੋ ਕੇ ਆ ਗਏ ਹੋ ਤਕਰੀਬਨ ਔਰ ਸਟੇਜ ਤੋਂ ਵੀ ਤੁਸੀਂ ਬੋਲੇ ਹੋ। ਮਾਹੌਲ ਤੁਸੀਂ ਦੱਸ ਰਹੇ ਹੋ ਕਿ ਇੱਦਾਂ ਦਾ ਮਾਹੌਲ ਹੈ ਕਿ ਜੋਸ਼ ਪੂਰਾ ਹੈ, ਪਰ ਅਕਸਰ ਕਿਹਾ ਜਾਂਦਾ ਹੈ ਕਿ ਤੁਸੀਂ ਜਿਵੇਂ ਕਹਿੰਦੇ ਹੋ ਕਿ ਸਰਕਾਰਾਂ ਜਿਹੜੀਆਂ ਕਹਿ ਰਹੀਆਂ ਨੇ ਕਿ ਉਹ ਸਪਾਂਸਰ ਆ, ਫਿਰ ਇੱਕ ਸਰਕਾਰ ਇਹ ਵੀ ਗੱਲ ਕਰਦੀ ਆ ਕਿ ਇਹਦੇ ਵਿੱਚ ਸਿਰਫ ਤੇ ਸਿਰਫ ਪੰਜਾਬ ਤੇ ਹਰਿਆਣਾ ਆ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਮੈਂ ਵੈਸੇ 3-4 ਵਾਰ ਜਾ ਆਇਆ ਉੱਥੇ, 15-20 ਦਿਨ ਲਾ ਗਿਆ। ਬੜੀ ਖੁਸ਼ੀ ਦੀ ਗੱਲ ਹੈ ਮੈਨੂੰ, ਕਿਉਂਕਿ ਮੈਂ ਆਮ ਪਰਿਵਾਰ 'ਚੋਂ, ਕਿਸਾਨ ਪਰਿਵਾਰ 'ਚੋਂ ਆ। ਮੈਂ ਵਾਢੀ ਵੀ ਕੀਤੀ ਆ, ਝੋਨਾ ਵੀ ਲਾਇਆ ਆ, ਸਾਰੇ ਕੰਮ ਕੀਤੇ ਆ। ਮੈਨੂੰ ਪਤਾ ਜਦੋਂ ਕਿਸਾਨ ਨੂੰ ਇੱਦਾਂ ਦੀ ਤਕਲੀਫ ਹੋਵੇ ਤੇ ਕਿੰਨਾ ਗੁੱਸਾ ਆਉਂਦਾ, ਕਿੰਨੀ ਕੁ ਰੰਜਿਸ਼ ਆਉਂਦੀ ਆ, ਕਿੰਨਾ ਤਕਲੀਫ ਹੁੰਦੀ ਹੈ ਜਦੋਂ ਕਿਸੇ ਦੀ ਤੁਸੀਂ ਰੋਜੀ ਰੋਟੀ, ਜ਼ਮੀਨ ਖੋਹ, ਹੋਰ ਤਰ੍ਹਾਂ ਦੇ ਸਿਸਟਮ ਬਣਾ ਦਿਓ, ਤੇ ਬੜਾ ਦੁੱਖ ਹੁੰਦਾ ਆ। ਫਿਰ ਵੀ ਮੈਂ ਉਹਨਾਂ ਦੀ ਦਾਦ ਦਿੰਦਾ ਕਿ ਉਹਨਾਂ ਨੇ ਬੜਾ ਆਰਾਮ ਨਾਲ ਚੱਲ ਰਿਹਾ ਸੰਘਰਸ਼ ਜਿਹੜਾ। ਔਰ ਜਿਹੜੀਆਂ ਰੌਲਾ ਪਾਉਂਦੇ ਆ ਕਿ ਇੱਥੇ ਇੱਦਾਂ ਹੋ ਰਿਹਾ। ਹੁਣ ਦੇਖ ਲਓ, ਮੈਂ ਸਪੋਰਟਸਮੈਨਾਂ ਦੀ ਪਹਿਲਾਂ ਗੱਲ ਕਰਦਾ ਜੀ। ਹੁਣ ਮਹਾਰਾਸ਼ਟਰ ਤੋਂ ਵੀ ਕਿਸਾਨ ਆ ਗਏ ਆ, ਯੂਪੀ ਤੋਂ ਪਹਿਲਾਂ ਆ ਗਏ ਸੀ, ਬਿਹਾਰ ਤੋਂ ਵੀ ਆ ਗਏ ਆ, ਰਾਜਸਥਾਨ ਦੇ ਵੀ ਆ ਕੇ ਬੈਠੇ ਆ, ਤੇ ਹੋਰ ਨਾ ਸਟੇਟਾਂ ਤੋਂ ਵੀ ਕਿਸਾਨ ਆ ਰਹੇ ਆ, ਹੋਰ ਮਜ਼ਦੂਰ ਆ ਰਿਹਾ ਆ, ਹੋਰ ਬੁੱਧੀਜੀਵੀ ਆ ਰਹੇ ਆ। ਤੇ ਆ ਸਾਡੇ ਪੰਜਾਬ ਦੇ ਤੇ ਜਿਹੜੇ ਜਿੰਨੇ ਚੀਫ ਸੈਕਟਰੀ, ਜਿੰਨੇ DG, ਜਿੰਨੇ ਹੋਰ ਜਿਹੜੇ ਇੱਦਾਂ ਦੇ ਜਿਨ੍ਹਾਂ ਨੇ ਕਾਨੂੰਨ ਬਣਾਏ ਆ, ਉਹ ਵੀ ਦੱਸਦੇ ਆ ਵੀ ਇਹ BJP ਸਰਕਾਰ ਨੇ ਗਲਤ ਕੀਤੇ ਆ। ਜੇ ਇਹ ਕਾਨੂੰਨ, ਉਹ ਹੁੰਦੇ ਵੀ ਕਿਸੇ ਨੇ ਪੁੱਛਿਆ, ਸਵਾਲ ਕੀਤਾ ਵੀ ਤੁਸੀਂ ਜਿਹੜੇ ਕਾਨੂੰਨ ਬਣਾਉਂਦੇ ਹੋ ਤੇ ਤੁਸੀਂ ਬਿਊਰੋਕਰੇਸੀ ਬਣਾਉਂਦੀ ਆ, ਤੇ ਤੁਸੀਂ ਇਹ ਕੀ ਸੋਚਦੇ ਹੋ ਉਹਦੇ ਬਾਰੇ? ਉਹਨਾਂ ਕਿਹਾ ਵੀ ਬਿਲਕੁਲ ਬਿਊਰੋਕਰੇਸੀ ਬਣਾਉਂਦੀ ਆ, ਲੇਕਿਨ ਇਸ਼ਾਰਾ ਉੱਪਰੋਂ ਹੀ ਹੁੰਦਾ, ਕੀ ਕਰਨਾ, ਇਸ਼ਾਰਾ ਉੱਪਰੋਂ ਹੀ ਹੁੰਦਾ। ਤੇ ਇਸ ਕਰਕੇ ਇਹ 'ਚ ਕੋਈ ਸ਼ੱਕ ਨਹੀਂ ਕਿ ਗੌਰਮੈਂਟਾਂ ਜੋ ਚਾਹੁਣ ਉਹ ਕਰਦੀਆਂ ਆ। ਤੇ ਇਹ ਹੁਣ ਬੜੀ ਗਵਰਨਮੈਂਟ ਦੇ ਇਸ਼ਾਰੇ ਆ, ਔਰ ਉਹ ਇੱਕ ਲਗਾਤਾਰ ਇਹਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਰ-ਪੀੜੋ ਕਰਨ ਦੀ। ਮੈਨੂੰ ਲੱਗਦਾ ਇੱਕ ਬੜਾ ਵੱਡਾ ਤਰੀਕਾ ਇਹ ਹੋਇਆ ਕਿ ਇਹਨੂੰ ਲਮਕਾ ਛੱਡੀਏ। ਨਹੀਂ, ਹੁਣ ਉਹਨਾਂ ਨੇ ਪੂਰੇ ਜ਼ੋਰ ਲਾ ਲਏ ਆ, ਕਦੀ ਕੋਈ ਸੰਸਥਾ ਵਿੱਚ ਵਾੜਨ ਦੀ, ਕਦੀ ਕੋਈ ਸੰਸਥਾ ਵਿੱਚ ਵਾੜਨ ਦੀ, ਕਦੀ ਅੱਜ ਕਿਸਾਨਾਂ ਦੇ ਜਲਸੇ ਕਰ ਰਹੇ ਆ ਕਿ ਅਸੀਂ ਤੁਹਾਡੇ ਨਾਲ ਆ। ਗਵਾਲੀਅਰ ਜਾ ਕੀਤਾ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਨੇ, ਹੋਰ ਵੀ ਕਈ ਜਗ੍ਹਾ 'ਤੇ ਜਾ ਕੇ ਉਹਨਾਂ ਨੇ ਇੱਦਾਂ ਦੇ ਪ੍ਰੋਗਰਾਮ ਚਲਾਏ ਆ। ਪਰ ਇਹ ਹੁਣ ਜਨਤਾ ਸਮਝ ਚੁੱਕੀ ਆ ਕਿ ਇਹ ਜਾਣ ਕੇ ਗਲਤ ਕਰਦੇ ਆ। ਇੱਦਾਂ ਦਾ ਹੁਣ ਕੋਈ ਇਹਨਾਂ ਦਾ ਚਾਰਾ ਨਹੀਂ ਚੱਲਣਾ। ਹਰ ਪਾਸਿਓਂ ਇਹਨਾਂ ਨੂੰ ਹਰ ਪਾਸਿਓਂ ਇਹਨਾਂ ਦੇ ਜਿਹੜੇ ਰਾਹ ਡੱਕੇ ਹੋਏ ਆ, ਤੇ 4 ਸਫੇਰੇ ਉਹਨਾਂ ਨੂੰ ਨਾਸਾਂ ਬੰਦ ਹੋਈਆਂ, ਜਦੋਂ ਕਹਿੰਦੇ ਨੇ ਨਾਸਾਂ ਬੰਦ ਹੋਈਆਂ ਉਹਨਾਂ ਦੀਆਂ। ਹੁਣ ਇਹਨਾਂ ਨੂੰ ਸੋਚਦਾ ਨਹੀਂ ਕਿੱਥੇ ਮੈਂ ਵੱਡੇ ਘਰਾਣੇ ਵੱਲ ਜਾਵਾਂ, ਕਿੱਧਰ ਜਾਵਾਂ। ਇੱਧਰੋਂ ਹੀ ਕੋੜ ਕਰਲੀ ਆ, ਜਦੋਂ ਮੂੰਹ 'ਚ ਆ ਗਈ, ਨਾ ਨਿਕਲੀ ਜਾਵੇ ਤਾਂ ਨਾ ਰੁਕ ਸਕਦੇ। ਅੱਛਾ, ਚਲੋ ਗੱਲ ਇਹ ਹੈ ਵੀ ਆ ਕਿ ਇਹ ਹੁਣ ਤੁਸੀਂ ਇਸ ਸੰਘਰਸ਼ ਨੂੰ ਕਿਉਂ ਦੇਖਦੇ, ਕਿਉਂਕਿ ਤੁਹਾਡਾ ਖਾਸਾ ਐਕਸਪੀਰੀਅੰਸ ਜਿਹੜਾ ਹੈ ਐਡਮਿਨਿਸਟ੍ਰੇਸ਼ਨ ਦਾ ਰਹਿ ਚੁੱਕਾ ਆ। ਤੁਸੀਂ ਇਸ ਸੰਘਰਸ਼ ਨੂੰ ਕੀ ਦੇਖਦੇ ਹੋ ਕਿ ਇਹ ਸੰਘਰਸ਼ ਵਿੱਚ ਅੱਗੇ ਕੀ ਹੋਏਗਾ? ਜਿਹੜੀ ਕਿਸਾਨਾਂ ਦੀ ਸੋਚ ਆ ਜੀ, ਉਹ ਤੇ ਬਹੁਤ ਲੰਬਾ ਚੱਲਣ ਵਾਲੀ ਸੋਚ ਆ। ਉਹ ਇਸ ਮੁੱਦੇ ਤੋਂ ਪਿੱਛੇ ਨਹੀਂ ਹਟਣਾ ਉਹਨਾਂ। ਤੇ ਇੱਕ ਸਾਡਾ ਸੋਚ ਵੀ ਆ, ਸਾਡੀ ਜਾਂ ਪੰਜਾਬੀਆਂ ਦੀ ਵੀ, ਸਾਡਾ ਵਿਰਸਾ ਇੱਦਾਂ ਦਾ ਆ। ਤੇ ਇੱਕ ਆਹ ਜਿਹੜਾ ਮਾਹੌਲ ਚੱਲ ਰਿਹਾ ਆ, ਗੁਰੂ ਸਾਹਿਬਾਨ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਦਿਨ, ਤੇ ਉਹ ਵੀ ਸਾਨੂੰ ਜੋਸ਼ ਦਿਵਾਉਂਦੀਆਂ ਆ। ਤੇ ਇਸ ਕਰਕੇ ਸਾਡਾ, ਮੈਂ ਤੇ ਹੋਰ ਵੀ ਸਮਝਦਾ ਕਿ ਜਿਹੜੇ ਸਾਡੇ ਪੰਜਾਬੀ ਥੋੜ੍ਹੇ ਬਹੁਤੇ ਟੇਢੇ ਮੇਢੇ ਹੋਏ ਸੀ, ਸਾਡੇ ਯੂਥ ਜਿਹੜਾ ਕੋਈ ਕਹਿੰਦਾ ਸੀ ਵੀ ਇੱਦਾਂ ਨਸ਼ੇ ਕਰਦੇ ਆ, ਉਹ ਕਰਦੇ ਆ, ਇਹਨਾਂ ਨੇ ਪ੍ਰੂਵ ਕਰਤਾ ਕਿ ਅਸੀਂ ਫਿਰ ਮਜ਼ਬੂਤ ਆ। ਤੁਸੀਂ ਮਾਫ ਕਰਨਾ, ਤੁਸੀਂ ਐਡਮਿਨਿਸਟ੍ਰੇਟਿਵ 'ਚ ਰਹੇ ਹੋ, IG ਰਿਟਾਇਰ ਹੋ ਪੁਲਿਸ 'ਚੋਂ, ਤੁਹਾਨੂੰ ਲੱਗਦਾ ਕਿ ਜਿਹੜੇ ਇਹ ਨਸ਼ੇ ਵਿਕਦੇ ਹੁੰਦੇ ਆ, ਸਰਕਾਰਾਂ ਦਾ ਵਿੱਚ ਹੱਥ ਹੁੰਦਾ ਹੈ ਜਾਂ ਡਾਇਰੈਕਟਲੀ ਸਰਕਾਰਾਂ ਇਨਵੋਲਵ ਹੁੰਦੀਆਂ? ਬਿਲਕੁਲ ਜੀ, ਇਹ 'ਚ ਕੋਈ ਸ਼ੱਕ ਨਹੀਂ ਕਿ ਕੰਟਰੋਲ ਕਰਨਾ ਇਹਨਾਂ ਦਾ ਇੱਕ ਦਿਨ ਦਾ ਕੰਮ ਹੁੰਦਾ ਆ। ਜੇ ਇਹਨਾਂ ਦੀ ਨੀਤ ਸਾਫ਼ ਹੋਵੇ ਤੇ ਸਾਰਾ ਕੁਝ ਕੰਟਰੋਲ ਹੋ ਸਕਦਾ ਆ। ਕਈ ਚੀਜ਼ਾਂ ਇੱਥੇ ਮਾਈਨਸ ਦੀਆਂ, ਉਹ ਰੇਤਾ ਬਜਰੀ ਵੀ ਇੱਦਾਂ ਚੱਲ ਰਿਹਾ ਆ, ਇੱਦਾਂ ਸਾਰਾ ਕੁਝ ਮਾਫੀਆ, ਕਈ ਮਾਫੀਆ ਚੱਲ ਰਹੀ ਆ। ਗੌਰਮੈਂਟਾਂ ਦਾ ਇਰਾਦਾ ਹੋਵੇ ਤੇ ਦਿਨ 'ਚ ਬੰਦ ਕਰ ਸਕਦੇ। ਅੱਛਾ, ਗੱਲ ਕੀਤੀ ਜਾਂਦੀ ਹੈ ਕਿ ਹੁਣ ਦੇਖ ਲਓ, ਆੜੇ
ਜਿਹੜੇ ਮੰਡੀ ਵਾਲੇ ਕਹਿ ਰਹੇ ਸੀ ਕਿ ਸਾਡੇ ਛਾਪੇ ਮਾਰ ਰਹੇ ਆ। ਛਾਪੇ ਮਾਰ ਰਿਹਾ ਆ। ਇਹ ਦੇਖੋ ਕਿੱਡੀ ਦੁਖਦਾਈ ਗੱਲ ਆ, ਤੇ ਇਹਦੇ ਨਾਲ ਸਾਡੇ ਪੰਜਾਬੀ ਨੂੰ ਗੁੱਸਾ ਆਉਂਦਾ ਆ। ਜੀ। ਉਹ ਹੁਣ ਸਾਹਮਣੇ ਆ ਗਏ ਆ। ਪਰ ਪਹਿਲਾਂ ਅੱਗੇ ਤੇ ਥੋੜਾ ਬਹੁਤਾ ਮਦਦ ਕਰਦੇ ਕਿਸਾਨਾਂ ਦੀ, ਹੁਣ ਖੁੱਲ ਕੇ ਸਾਹਮਣੇ ਆ ਗਏ ਵਾਕਈ ਤੇ ਅਸੀਂ ਉਹਨਾਂ ਦੇ ਨਾਲ। ਜਦੋਂ ਸੇਕ ਲੱਗਿਆ ਨਾ ਉਦੋਂ ਹੀ ਆਇਆ ਕਿ ਪ੍ਰੈਸ਼ਰ ਬਿਲਡ ਕਰਨਾ ਸੀ ਅਸੀਂ। ਉਹ ਪਹਿਲਾਂ ਆੜਤੀ ਯੂਨੀਅਨ ਨੂੰ ਕਈਆਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਪ੍ਰੋਬਲਮ, ਉਹ ਕਹਿੰਦੇ ਜੀ ਹਲੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ। ਤੇ ਹੁਣ ਕੱਲ ਪਰਸੋਂ ਤੋਂ ਜਿਵੇਂ ਛਾਪੇ ਪੈਣੇ ਸ਼ੁਰੂ ਹੋਏ, ਫਿਰ ਨਾਲ ਲੜ ਪਏ ਨੇ। ਪ੍ਰੋਬਲਮ ਤੇ ਹਰ ਇੱਕ ਨੂੰ, ਕਿਸਾਨ ਤੋਂ ਹੀ ਗੱਲ ਚੱਲਦੀ ਆ। ਕਿਸਾਨ ਨੇ ਹੀ ਜਿਹੜੀ ਇੰਡੀਆ ਦੀ ਜਾਂ ਤਰੱਕੀ ਆ, ਇਹ ਇੱਥੋਂ ਚੱਲਣੀ, ਇਹ ਰੀੜ੍ਹ ਦੀ ਹੱਡੀ ਆ ਜੀ। ਉੱਥੋਂ ਹੀ ਮਜ਼ਦੂਰ ਨੇ ਖਾਣਾ ਆ, ਉੱਥੋਂ ਹੀ ਆੜਤੀਏ ਨੇ ਖਾਣਾ ਆ, ਉੱਥੋਂ ਹੀ ਆਮ ਦੁਕਾਨਦਾਰ ਨੇ ਖਾਣਾ ਆ। ਜੇ ਕਿਸਾਨ ਖੁਸ਼ਹਾਲ ਹੋਊਗਾ, ਕਿਸਾਨ ਕਮਾਊਗਾ, ਤੇ ਉੱਥੋਂ ਹੀ ਸਾਰਾ ਸਰਕਲ ਚੱਲਣਾ। ਵਾਕਈ ਜਦੋਂ ਦੇਖੋ ਅੱਜ ਕੱਲ੍ਹ ਇੱਕ ਬੜਾ ਲੋਗੋ ਮਸ਼ਹੂਰ ਹੋਣ ਡਿਆ, ਨੋ ਫੂਡ, ਨੋ ਫਾਰਮਰ ਨੋ ਫੂਡ, ਕਿ ਜੇ ਕਿਸਾਨ ਨਹੀਂ ਹੈਗਾ ਤਾਂ ਫਿਰ ਤੁਹਾਡੇ ਕੋਲੇ ਖਾਣ ਨੂੰ ਨਹੀਂ ਹੈਗਾ। ਉਹ ਸਾਰੇ ਕਹਿ ਰਹੇ ਕਿ ਤੁਸੀਂ ਕਾਰਪੋਰੇਟ ਤਾਂ ਨਹੀਂ ਖਾ ਸਕਦੇ, ਤੁਸੀਂ ਕੰਪਨੀਆਂ ਤਾਂ ਨਹੀਂ ਖਾ ਸਕਦੇ, ਤੁਹਾਨੂੰ ਖਾਣ ਦੇ ਲਈ ਤਾਂ ਭੋਜਨ ਹੀ ਚਾਹੀਦਾ, ਭੋਜਨ ਚਾਹੀਦਾ। ਇਹਦੇ ਨਾਲ ਫਿਰ ਕਈ ਕੁਝ ਜੁੜਿਆ ਆ। ਹੁਣ ਕਿਸਾਨਾਂ ਦਾ, ਮਜ਼ਦੂਰਾਂ ਦਾ ਜੇ ਉੱਥੇ ਕੰਮ ਨਹੀਂ ਹੋਊਗਾ, ਇਹਨਾਂ ਨੇ ਵੱਡੀਆਂ ਵੱਡੀਆਂ ਮਸ਼ੀਨਾਂ ਲਾ ਦੇਣੀਆਂ, ਵੱਡੇ ਵੱਡੇ ਵੇਅਰ ਹਾਊਸ ਬਣਾਤੇ ਆ, ਇਹਨਾਂ ਨੇ ਲੈਣਾ ਵਿਛਾਤੀਆਂ ਆ, ਤੇ ਇਹਨਾਂ ਨੇ ਤੇ ਮਜ਼ਦੂਰ ਨੂੰ ਹੀ ਖਾ ਜਾਣਾ ਆ, ਤੇ ਕਿਸਾਨ ਨੂੰ ਤੇ ਖਾਣਾ ਹੀ ਖਾਣਾ ਆ। ਤੇ ਇਹਨਾਂ ਨੇ ਪਤਾ ਨਹੀਂ ਸਮਝ ਆਉਂਦੀ ਵੀ ਇਹ ਆਂਦੇ ਸਮਝਾ ਨਹੀਂ ਸਕੇ ਇਹਨਾਂ ਨੂੰ, ਕਿਸਾਨਾਂ ਨੂੰ। ਇਹ BJP ਵਾਲੇ ਜੇ ਇਹ ਚੰਗੇ ਪ੍ਰੋਫੈਸਰ ਹੋਣ ਤੇ ਫਿਰ ਇਹ ਮੇਰਾ ਖਿਆਲ ਆ ਸਮਝਾ ਸਕਦੇ ਆ। ਇਹ ਮੇਰਾ ਖਿਆਲ ਪ੍ਰੋਫੈਸਰ ਜਿਹੜੇ ਚੰਗੇ ਹੁੰਦੇ ਆ, ਉਹ 90% ਤੇ ਬੱਚਿਆਂ ਨੂੰ ਸਮਝਾ ਦਿੰਦੇ ਆ ਨਾ। ਤੇ ਇਹ ਹੁਣ 90% ਨਹੀਂ ਸਮਝਦੇ, ਤੇ ਇਹਦਾ ਮਤਲਬ ਪ੍ਰੋਫੈਸਰ ਨਲਾਇਕ ਨੇ ਜੀ। ਤੇ ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਕੁਝ। ਇਹ ਨਾ ਇਹੋ ਜਿਹੀਆਂ ਕੜਤਣ ਵਾਲੀਆਂ ਗੱਲਾਂ ਨਾ ਕਰਨ। ਸਾਡੀ ਜਿਹੜੀ ਕੌਮ ਹੈ ਨਾ, ਉਹ ਕੜਤਣ ਤੋਂ ਬਹੁਤ ਦੁਖੀ ਹੁੰਦੀ ਆ। ਉੱਦਾਂ ਇਹਨਾਂ ਨਾਲ ਪਿਆਰ ਨਾਲ ਜੋ ਮਰਜ਼ੀ ਲੈ ਲਓ ਇਹਨਾਂ ਤੋਂ, ਪਰ ਕੜਤਣ ਨਾਲ ਇਹ ਨਹੀਂ ਮੰਨਦੇ ਕੁਛ। ਅੱਛਾ ਕਰਤਾਰ ਜੀ, ਜਦੋਂ ਤੁਸੀਂ ਆਪਾਂ ਹੁਣ ਇੱਥੋਂ ਗੱਲ ਕਰਦੇ ਕਿ ਇਹ ਸੰਘਰਸ਼ ਜਿਹੜਾ ਹੈ ਨਰੋਲ ਕਿਸਾਨਾਂ ਦਾ ਸੰਘਰਸ਼ ਹੈ, ਤੁਹਾਨੂੰ ਲੱਗਦਾ ਕਿ ਇਸ ਟਾਈਮ ਇਹ ਸੰਘਰਸ਼ ਨੇ ਜਿਹੜਾ ਹੈ ਸਾਡੀਆਂ ਸੂਬੇ ਵਾਲੀਆਂ ਪਾਰਟੀਆਂ ਵੀ ਜਿਹੜੀਆਂ ਨੇ ਉਹ ਨੰਗੀਆਂ ਕਰਕੇ ਰੱਖ ਦਿੱਤੀਆਂ ਨੇ, ਔਰ ਪਤਾ ਲੱਗ ਗਿਆ ਕਿ ਸ਼ਾਇਦ ਸੂਬੇ ਦੇ ਲਈ ਵੀ ਇਹੀ ਲੋਕ ਨੇ ਜਿਨ੍ਹਾਂ ਨੇ ਸਾਡੇ ਪਿੱਠ ਤੇ ਛੁਰਾ ਘੁੱਬਿਆ? ਬਿਲਕੁਲ ਸੋਚਣ ਤੇ ਮਜਬੂਰ ਹੋ ਗਏ। ਇਹ ਗੱਲ ਇੱਥੋਂ ਤੱਕ ਕਿਉਂ ਪਹੁੰਚੀ? ਇਹਨਾਂ ਨੇ 6 ਮਹੀਨੇ ਹੋ ਗਏ, 7 ਮਹੀਨੇ ਹੋ ਗਏ ਜਦੋਂ ਤੋਂ ਸੰਘਰਸ਼ ਸ਼ੁਰੂ ਹੋਇਆ। ਪਹਿਲਾਂ ਵੀ ਕਰਦੇ ਰਹੇ ਆ, ਲੇਕਿਨ ਇਹ ਜਿਹੜਾ ਸੰਘਰਸ਼ ਆ ਇਹਨੂੰ 7-8 ਮਹੀਨੇ ਹੋ ਗਏ ਆ। ਤੇ ਪਹਿਲਾਂ ਗੌਰਮੈਂਟਾਂ ਨੂੰ ਚਾਹੀਦਾ ਹੈ ਕੁਝ ਕਰਨਾ। ਪਹਿਲਾਂ ਇਹ ਬੈਠੇ ਰਹੇ ਆ, ਸਵਾਦ ਲੈਂਦੇ ਰਹੇ, ਅਸੀਂ ਜਾਂਦੇ ਮਿਲਦੇ ਆ, ਉਹ ਜਾਂਦੇ ਆ ਮਿਲਦੇ ਆ, ਗੱਲਾਂ ਬਾਤਾਂ ਕਰਦੇ ਆ। ਉਹ ਜਦੋਂ ਹੁਣ ਦਿੱਲੀ ਪਹੁੰਚ ਗਿਆ ਤੇ ਫਿਰ ਇਹ ਪਿੱਛੇ ਲੱਗੇ ਆ। ਜਦੋਂ ਮਤਲਬ ਇੱਥੋਂ ਤੱਕ ਪੀਕ ਤੇ ਸੰਘਰਸ਼ ਪਹੁੰਚ ਗਿਆ ਆ, ਤੇ ਮੈਂ ਨਾ ਉਹਨਾਂ ਨੇ ਤੇ ਬੜੇ ਵਧੀਆ ਕਿਸੇ ਨੂੰ ਲਾਗੇ ਨਹੀਂ ਲੱਗਣ ਤਾਂ, ਕਿ ਪੋਲੀਟੀਕਲ ਬੰਦੇ ਨੂੰ ਉਹਨਾਂ ਨੇ ਲਾਗੇ ਨਹੀਂ ਆਉਣ ਤਾਂ। ਤੇ ਇਸ ਕਰਕੇ ਉਹ ਕਾਮਯਾਬੀ ਇਹਨਾਂ ਦੀ ਇਹ ਆ। ਨਹੀਂ ਤੇ ਇਹੋ ਜਿਹੀਆਂ ਕੋਈ ਪਾਰਟੀਆਂ ਵਿੱਚ ਆ ਜਾਂਦੀਆਂ ਤੇ ਉਹਨਾਂ ਨੇ ਆਪਣੀ ਚਲਾਉਣ ਲੱਗ ਜਾਣਾ ਸੀ। ਲੇਕਿਨ ਇਹ ਕਿਸਾਨਾਂ ਨੇ ਇਹਨਾਂ ਨੂੰ ਦੂਰ ਰੱਖਿਆ ਆ, ਔਰ ਇਸ ਕਰਕੇ ਹੀ ਇਹ ਜਿਹੜਾ ਸੰਘਰਸ਼ ਕਾਮਯਾਬ ਆ। ਵਾਕਈ ਇਹ ਸੰਘਰਸ਼ ਇਸ ਲਈ ਕਾਮਯਾਬ ਹੈ ਕਿਉਂਕਿ ਕਿਸਾਨਾਂ ਜਿਹੜੇ ਨੇ ਉਹਨਾਂ ਨੇ ਨਰੋਲ ਕਿਸਾਨੀ ਦਾ, ਨਰੋਲ ਮਜ਼ਦੂਰਾਂ ਦਾ, ਨਰੋਲ ਮਜ਼ਦੂਰ ਏਕਤਾ ਜਾਂ ਇਸ ਨਾਂ ਦੇ ਸੰਘਰਸ਼ ਨੂੰ ਜਿਹੜਾ ਹੈ ਅੱਗੇ ਵਧਾਇਆ ਹੈ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ, ਕੱਲ ਮੋਦੀ ਸਾਹਿਬ ਜਿਹੜੇ ਨੇ ਉਹ ਰਕਾਬਗੰਜ ਪਰਸੋਂ ਜਾਂਦੇ ਨੇ, ਰਕਾਬਗੰਜ ਗੁਰਦੁਆਰਾ ਸਾਹਿਬ। ਉੱਥੇ ਇੱਕ ਕੰਟਰੋਵਰਸੀ ਬਹੁਤ ਹੈ ਕਿ ਉਹਨਾਂ ਨੂੰ ਸਰੋਪਾ ਜਿਹੜਾ ਸੀਗਾ ਉਹ ਭੇਂਟ ਨਹੀਂ ਕਰਨਾ ਚਾਹੀਦਾ ਸੀਗਾ। ਉੱਥੇ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਨਹੀਂ, ਸਾਡੀ ਪਰੰਪਰਾ ਆ, ਕੋਈ ਵੀ ਉਹਨੂੰ ਹਿੰਦੁਸਤਾਨ ਦਾ ਮੁਖੀ ਕਰਕੇ ਮੇਰਾ ਖਿਆਲ ਆ ਉਹ ਸਰੋਪਾ ਦੇ ਦੇਣਾ ਇੰਨੀ ਮਾੜੀ ਗੱਲ ਨਹੀਂ। ਸਾਡੇ ਤੇ ਜਿਹੜਾ ਵੀ ਘਰ ਆ ਗਿਆ ਉਹਨੂੰ ਹੀ ਮਾਨਤਾਨ ਦਿੰਦੇ ਆ। ਪਰ ਗੁਰੂ ਘਰੇ ਅਸੀਂ ਉਸ ਨੂੰ ਕਹਿੰਦੇ ਕਿ ਸਰੋਪਾ ਦਿੰਦੇ ਆ ਜਿਹੜਾ ਕੌਮ ਦੇ ਲਈ, ਜਿਹੜਾ ਜਾਂ ਸਾਡੇ ਆਪ ਦੇ ਲਈ ਇੱਕ ਚੰਗਾ ਜਿਹੜਾ ਆਈਡਲ ਹੋਵੇ। ਤੁਹਾਨੂੰ ਲੱਗਦਾ ਕਿ ਉਹ ਆਈਡਲ ਸੀਗਾ? ਨਹੀਂ, ਆਈਡਲ ਨਹੀਂ ਉਹਨੂੰ ਕਹਿ ਸਕਦਾ ਮੈਂ, ਲੇਕਿਨ ਸਾਡੀ ਪਰੰਪਰਾ ਆ ਵੀ ਜਿਹੜਾ ਵੀ ਸਾਡੇ ਦਰ 'ਤੇ ਆ ਗਿਆ, ਅਸੀਂ ਜਿਹੜਾ ਉਹਦਾ ਲੈਵਲ ਆ, ਅਸੀਂ ਉਹਨੂੰ ਪ੍ਰਾਈਮ ਮਿਨਿਸਟਰ ਕਰਕੇ ਉਹਨੂੰ ਸਰੋਪਾ ਦਿੱਤਾ ਹੋਊਗਾ। ਉੱਦਾਂ ਨਹੀਂ ਉਹਦੀ ਕੋਈ ਗੱਲ। ਇਹਨੂੰ ਮੇਰਾ ਖਿਆਲ ਹੈ ਇਹੋ ਜਿਹੀਆਂ ਗੱਲਾਂ 'ਚ ਨਹੀਂ ਲੈਣਾ ਚਾਹੀਦਾ, ਬਣਾਉਣਾ ਨਹੀਂ ਚਾਹੀਦਾ। ਇਹ 'ਚ ਸਾਡੇ ਬੰਦਿਆਂ ਦੀ ਵਧੀਆ ਗੱਲ ਹੋਈ ਆ ਵੀ ਹਾਂ, ਅਸੀਂ ਜਿਹੜਾ ਵੀ ਸਾਡੇ ਦਰਬਾਰ 'ਚ ਆਉਂਦਾ ਅਸੀਂ ਉਹਦਾ ਇਸਤੇਮਾਲ ਕਰਦੇ ਹਾਂ ਜੀ। ਅੱਛਾ, ਚਲੋ ਇਹ ਤਾਂ ਗੱਲ ਹੋ ਗਈ ਕਿ ਆਪਾਂ ਨੂੰ ਇਹਨਾਂ ਦੀ ਕੰਟਰੋਵਰਸੀ 'ਚ ਨਹੀਂ ਹੋਣਾ ਚਾਹੀਦਾ, ਪਰ ਲਗਾਤਾਰ ਟਵਿੱਟਰ ਵਾਰ ਵੀ ਹੋਣ ਰਹੀ ਆ। ਕੇਜਰੀਵਾਲ ਕੁਝ ਹੋਰ ਕਹਿ ਰਿਹਾ, ਅਮਰਿੰਦਰ ਸਿੰਘ ਹੁਣੀ ਹੋਰ ਕੁਝ ਕਹਿ ਰਹੇ ਨੇ। ਅੱਛਾ, ਤੁਹਾਨੂੰ ਲੱਗਦਾ ਕਿ ਸਾਨੂੰ ਇਹਦੇ ਉੱਤੇ ਵੀ ਗੌਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਹਾਈ ਟਾਈਮ ਅਸੀਂ ਕੰਸੈਂਟਰੇਸ਼ਨ ਇੱਕ ਚੀਜ਼ 'ਤੇ ਕਰੀਏ, ਉਹ ਹੈ ਕਿਸਾਨੀ ਸੰਘਰਸ਼? ਨਹੀਂ, ਬਿਲਕੁਲ ਜੀ, ਇਹਨਾਂ ਨੂੰ ਇਹੋ ਜਿਹੇ ਮੌਕੇ 'ਤੇ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹਨਾਂ ਨੂੰ
ਸੰਘਰਸ਼ ਵੱਲ ਧਿਆਨ ਦਿਵਾਉਣਾ ਚਾਹੀਦਾ ਲੋਕਾਂ ਦਾ। ਇਹ ਇਹੋ ਜਿਹੀਆਂ ਸ਼ਰਾਰਤਾਂ ਕਰਕੇ ਤੇ ਮੇਰਾ ਖਿਆਲ ਆ ਉਹਨੂੰ ਕਮਜ਼ੋਰ ਕਮਜ਼ੋਰ ਕਰਨਗੇ। ਕਰ ਰਹੇ ਆ। ਅੱਛਾ, ਜਾਂਦੇ ਜਾਂਦੇ ਜਿਹੜੇ ਸਾਡੇ ਦੇਖਣ ਵਾਲੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤੇ ਉਹ ਵੇਖ ਕੇ ਆਇਆ ਜੋ ਉੱਥੇ ਯੂਥ ਉੱਥੇ ਬਿਨਾਂ ਮਤਲਬ ਕਿਸੇ ਨਾਲ ਕੋਈ ਪਾਰਟੀ ਨਾਲ ਕੋਈ ਸੰਬੰਧ ਨਹੀਂ, ਕੋਈ ਕਿਸੇ ਨਾਲ ਜਾਂਦਾ ਯੂਥ ਕਾਂਗਰਸ ਮਤਲਬ ਕਿਸੇ ਨਾਲ ਕੋਈ ਸੰਬੰਧ ਨਹੀਂ ਗਾ ਉਹਦਾ। ਪਿੰਡਾਂ ਤੋਂ ਲੋਕ ਯੂਥ ਤੁਰਿਆ ਜਾਂਦਾ। ਜਿੱਥੇ ਪਿੰਡਾਂ 'ਚ ਜਿਹੜੇ ਯੂਥ ਰਹਿੰਦਾ ਇਹ ਗੱਲ ਵੇਖਣੀ ਵਾਲੀ ਆ। ਯੂਥ ਜਿਹੜਾ ਰਹਿੰਦਾ ਪਿੰਡਾਂ ਉਹ ਆਂਦੇ ਆ ਵੀ ਤੁਸੀਂ ਰਹੋ ਜਿੱਥੇ ਰਹਿਣਾ ਆ, ਅਸੀਂ ਤੁਹਾਡੇ ਪਾਣੀ ਲਾਵਾਂਗੇ, ਅਸੀਂ ਤੁਹਾਡੀ ਖੇਤੀ ਦਾ ਜੋ ਵੀ ਕਰਨਾ ਸਾਨੂੰ ਦੱਸੀ ਜਾਓ। ਇੱਦਾਂ ਦੀ ਯੂਨਿਟੀ ਬਣਾਈ ਆ ਵੀ ਪਿੰਡਾਂ ਨੇ ਆਪੋ ਨੇ ਉਹਨਾਂ ਦੀ ਖੇਤੀਬਾੜੀ ਦੇਖ ਰਹੇ ਆ ਜੀ। ਅਤੇ ਇਹੋ ਜਿਹਾ ਅੱਜ ਜਦ ਮਾਹੌਲ ਬਣਿਆ ਆ, ਮੈਂ ਸਮਝਦਾ ਕਿ ਹਰਿਆਣੇ ਦਾ ਇੰਨਾ ਪਿਆਰ ਹੋ ਗਿਆ ਇਹਨਾਂ ਦਾ। ਉਹ ਆਂਦੇ ਸਾਡਾ ਜਾਣ ਨੂੰ ਜੀ ਨਹੀਂ ਕਰਦਾ, ਇੱਥੇ ਅਸੀਂ ਇੱਥੇ ਹੀ ਰਹਿ ਜਾਣਾ ਆ ਜੀ। ਅਤੇ ਇੱਥੇ ਲੰਗਰ ਪਾਣੀ ਅਤੇ ਉੱਥੇ ਕੋਈ ਕਮੀਆਂ ਹੀ ਨਹੀਂ ਕੋਈ ਜੀ। ਉੱਥੇ ਤਾਂ ਪਤਾ ਨਹੀਂ ਗਰਮ ਕੰਬਲ ਜਾਈ ਜਾਂਦੇ ਆ, ਕਈ ਕੁਝ ਜਾਈ ਜਾਂਦਾ ਉੱਥੇ, ਤੇ ਨਜ਼ਾਰੇ ਲੱਗੇ ਆ। ਤੇ ਚਲੋ ਅਸੀਂ ਇਹ ਨਹੀਂ ਗੱਲ ਵੀ ਕਹਿੰਦੇ ਵੀ ਉਹ ਨਜ਼ਾਰਿਆਂ ਲਈ ਬੈਠੇ ਆ, ਘਰਾਂ ਤੋਂ ਦੂਰ ਆ, ਬੜੇ ਦੁੱਖ ਆ ਇਹਨਾਂ ਨੂੰ ਵੀ ਆਪਣੇ ਪਰਿਵਾਰ ਤੋਂ ਜਿਹੜਾ ਦੁੱਖ ਵਿਛੜ ਕੇ ਬੈਠੇ ਆ। ਲੇਕਿਨ ਕਈ ਬੰਦੇ ਸ਼ਹੀਦ ਹੋ ਗਏ, ਮੇਰਾ ਖਿਆਲ 35 ਬੰਦੇ ਸ਼ਹੀਦ ਹੋ ਗਏ ਆ। ਅਤੇ ਉਹਨਾਂ ਨੂੰ ਤਾਂ ਇਹੋ ਹੀ ਆ ਵੀ ਸਾਡਾ ਹਿਸਟਰੀ 'ਚ ਨਾਂ ਲਿਖਿਆ ਜਾਣਾ। ਇਹੋ ਜਿਹੀ ਗੱਲ ਨਹੀਂ ਗੀ ਜਿਹੜਾ ਵੀ ਉੱਥੇ ਲਵਾਇਆ। ਅੱਜ ਕੱਲ੍ਹ ਤੇ ਗੱਲਾਂ ਹੀ ਹੋਰ ਤਰ੍ਹਾਂ ਦੀਆਂ ਹੋਣ ਲੱਗੀਆਂ। ਜਿਹੜਾ ਸੰਘਰਸ਼ ਨਹੀਂ ਗਿਆ ਤੇ ਉਹ ਬੰਦਾ ਬੜਾ ਮਤਲਬ ਬੜੀਆਂ ਗੱਲਾਂ ਹੁੰਦੀਆਂ। ਤੇ ਗੱਲ ਇੱਦਾਂ ਦੀ ਆ, ਹਰ ਇੱਕ ਓਨਰ ਸਮਝਦਾ ਉੱਥੇ ਜਾ ਕੇ। ਇਹ ਸੀ ਕਰਤਾਰ ਸਿੰਘ ਰੈਸਲਰ ਜੋ ਚਾਹੁੰਦੇ ਨੇ ਕਿ ਸਾਡੀ ਜਿਹੜੀ ਸੁਣਵਾਈ ਹੈ ਜਲਦ ਤੋਂ ਜਲਦ ਹੋਵੇ। ਉਹ ਆਪਣੇ ਨਾਲ ਦੇ ਸਾਥੀ ਖਿਡਾਰੀਆਂ ਦੇ ਨਾਲ ਇੱਕ ਵਾਰ ਫਿਰ ਤੋਂ ਚਿੱਠੀ ਲਿਖ ਰਹੇ ਨੇ ਰਾਸ਼ਟਰਪਤੀ ਨੂੰ। ਪਰ ਜੇ ਇਸ ਵਾਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਕਹਿੰਦੇ ਕਿ ਅਸੀਂ ਇਸ ਮਸਲੇ ਦਾ ਹੱਲ ਲੱਭਣ ਲਈ ਕਿਤੇ ਨਾ ਕਿਤੇ ਜਾ ਕੇ ਧਰਨਾ ਲਾਵਾਂਗੇ। ਸੋ ਸਮਾਂ ਜਦੋਂ ਆਏਗਾ ਜ਼ਰੂਰ ਦੱਸਾਂਗੇ ਕਿ ਇਹਨਾਂ ਦਾ ਕੀ ਹੱਲ ਆਉਂਦਾ ਹੈ। ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।